9 ਲੱਖ ਪੂਰੇ ਭਾਰਤ ਵਿੱਚ ਸਰਕਾਰੀ ਬੈਂਕ ਦੇ ਮੁਲਾਜ਼ਮ ਹੜਤਾਲ ਤੇ ਨੇ। ਵਜ੍ਹਾ ਇੱਕੋ ਹੀ ਹੈ ਕਿ ਬਿੱਲ ਇੱਕ ਆ ਰਿਹਾ ਹੈ, ਬਿੱਲ ਮੋਦੀ ਸਰਕਾਰ ਲੈ ਕੇ ਆ ਰਹੀ ਹੈ, ਜਿਸ ਵਿੱਚ ਕਿਹਾ ਗਿਆ ਜੋ ਸਰਕਾਰੀ ਬੈਂਕ ਨੇ ਉਹ ਪ੍ਰਾਈਵੇਟ ਹੋਣਗੇ। ਜੇ ਉਹ ਬਿੱਲ ਆ ਜਾਂਦਾ ਹੈ ਤਾਂ ਇਹ ਕਿਸੇ ਵੀ ਸਰਕਾਰੀ ਬੈਂਕ ਹਾਲੇ 2 ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਕਰਨ ਜਾ ਰਹੇ ਨੇ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿਸੇ ਵੀ ਬਾਕੀ ਬੈਂਕਾਂ ਨੂੰ ਵੀ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਕਰ ਸਕਦੇ ਨੇ। ਭਾਰਤ ਦੀ ਗਰੀਬ ਜਨਤਾ ਦਾ 70% ਡਿਪੋਜ਼ਿਟ ਪਿਆ ਹੋਇਆ ਹੈ, ਜਿਹੜਾ ਕਿ ਇਹ ਕਹਿੰਦੇ ਨੇ ਕਿ ਅਸੀਂ 5 ਲੱਖ ਤੱਕ ਇੰਸ਼ੋਰਡ ਹੈ, 5 ਲੱਖ ਤੱਕ ਤੁਹਾਨੂੰ ਪੈਸਾ ਵਾਪਸ ਮਿਲ ਜਾਏਗਾ। ਜਿਨ੍ਹਾਂ ਦਾ ਬਾਕੀ ਡਿਪੋਜ਼ਿਟ ਮਨੀ ਹੈ ਉਹਦੇ ਬਾਰੇ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ, ਕੋਈ ਗਾਰੰਟੀ ਨਹੀਂ। ਉਹ ਪੈਸਾ ਕਿੱਥੇ ਜਾਏਗਾ? ਉਹ ਵੱਡੇ ਘਰਾਣਿਆਂ ਨੂੰ ਇਹ ਬੈਂਕ ਵੇਚ ਕੇ ਉਹਨਾਂ ਨੂੰ ਦੇ ਦੇਣਗੇ। 5 ਲੱਖ ਤੁਹਾਨੂੰ ਮਿਲੇਗਾ ਜੇ ਬੈਂਕ ਡੁੱਬ ਜਾਂਦਾ। ਪਹਿਲਾਂ ਵੀ ਬੈਂਕ ਡੁੱਬਣੇ ਤੁਹਾਨੂੰ ਯਾਦ ਹੋਣਾ ਹੈ, ਪਹਿਲਾਂ ਵੀ ਬੈਂਕ ਡੁੱਬੇ ਸੀ, ਲੋਕ ਕਾਪੀਆਂ ਲੈ ਕੇ ਸੜਕਾਂ ਤੇ ਆ ਗਏ ਸੀ। ਕੀ ਸਰਕਾਰ ਨੇ ਉਹਨਾਂ ਨੂੰ ਪੁੱਛਿਆ? ਜਿਹੜੇ ਪ੍ਰਾਈਵੇਟ ਬੈਂਕ ਜਦੋਂ ਡੁੱਬੇ ਨੇ, ਪੰਜਾਬ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਰੀਸੈਂਟਲੀ ਡੁੱਬਿਆ ਹੈ ਤੇ ਉਹਦੇ ਵਿੱਚ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ। ਉਹਦੇ ਵਿੱਚ 5 ਲੱਖ ਦੀ ਕੋਈ ਇੰਸ਼ੋਰੈਂਸ ਵਾਲੀ ਸਕੀਮ ਨਹੀਂ। ਇਹ ਜਿਹੜੀਆਂ ਇੰਸ਼ੋਰੈਂਸ ਦੀਆਂ ਸਕੀਮਾਂ ਨੇ ਇਹ ਸਿਰਫ ਤੇ ਸਿਰਫ ਸਰਕਾਰੀ ਬੈਂਕਾਂ ਦੇ ਵਿੱਚ ਨੇ। ਨੀਰਵ ਮੋਦੀ ਪੈਸਾ ਲੈ ਕੇ ਬਾਅਦ, ਵਿਜੇ ਮਾਲੀਆ ਪੈਸਾ ਲੈ ਕੇ ਬਾਅਦ ਬੈਂਕਾਂ ਨੇ ਕਰਜ਼ੇ ਵੀ ਦਿੱਤੇ। ਫਿਰ ਉਹ ਕਰਜ਼ੇ ਜੇ ਬੈਂਕਾਂ ਨੇ ਦਿੱਤੇ ਨੇ ਤੇ ਆਮ ਲੋਕਾਂ, ਜੇ ਕੱਲ੍ਹ ਨੂੰ ਡੁੱਬ ਜਾਂਦਾ ਬੈਂਕ, ਕਿਸੇ ਨੂੰ ਕਰਜ਼ਾ ਦੇਤਾ ਤੇ ਆਮ ਲੋਕਾਂ ਦੀ ਜੇਬ 'ਚ ਡਾਕਾ ਕਿਉਂ? ਜੇ ਕੱਲ੍ਹ ਨੂੰ ਕਿਸੇ ਸ਼ਖਸ ਦਾ 20 ਲੱਖ 50 ਲੱਖ 10 ਲੱਖ 8 ਲੱਖ ਅਕਾਊਂਟ 'ਚ ਹੈਗਾ, ਜੋ ਕੱਲ੍ਹ ਨੂੰ ਬੈਂਕ ਦਿਵਾਲੀਆ ਹੋ ਜਾਂਦਾ ਜਾਂ ਕੋਈ ਸ਼ਖਸ ਬਾਹਰ ਭੱਜ ਜਾਂਦਾ, 5 ਲੱਖ ਮਿਲ ਜੂਗਾ। ਜਦ 5 ਲੱਖ ਤੋਂ ਉੱਪਰ ਪੈਸਾ ਹੈਗਾ ਉਹ ਸਾਰਾ ਭਾਰਤ ਸਰਕਾਰ ਕੋਲ ਜਾਊਗਾ ਕਿ ਮਿੱਟੀ ਹੋ ਗਿਆ ਪੈਸਾ? ਉਹ ਪੈਸਾ ਇਹ ਬਿਗ ਕਾਰਪੋਰੇਟ ਕੋਲ ਜਾਏਗਾ, ਭਾਰਤ ਸਰਕਾਰ ਕੋਲ ਕਿੱਥੇ ਜਾਏਗਾ? ਉਹ ਤਾਂ ਜਿੰਨੇ ਬੈਂਕ ਖਰੀਦ ਲਿਆ ਉਹਦੇ ਕੋਲ ਹੀ ਪੈਸਾ ਰਹਿ ਜਾਏਗਾ। ਤੁਸੀਂ ਆਪ ਸਮਝਦਾਰ ਹੋ। ਆਮ ਪਬਲਿਕ ਨੂੰ ਦੱਸਣਾ ਚਾਹੁੰਦਾ ਕਿ ਇਹ ਪੈਸਾ ਸਾਰਾ ਬਿਗ ਕਾਰਪੋਰੇਟ ਹੀ ਖਾ ਜਾਣਗੇ। ਬੈਂਕ ਜਿਹੜੇ ਹੈਗੇ ਨੇ ਜੇ ਪ੍ਰਾਈਵੇਟ ਹੋ ਜਾਂਦੇ ਨੇ, ਇੱਕ ਤਾਂ ਲੋਕ ਨੇ ਜਾਂ ਜਿੰਨੀ ਵੀ ਸਹੂਲਤਾਂ ਸਰਕਾਰੀ ਹੈਗੀਆਂ ਨੇ ਉਹ ਵਿੱਚੋਂ ਨਿਕਲ ਜਾਣਗੇ ਕਿ ਪ੍ਰਾਈਵੇਟ ਬੈਂਕ ਕਰਨਾ ਪਾਣਗੇ। ਨਹੀਂ ਜੀ, ਪ੍ਰਾਈਵੇਟ ਬੈਂਕ ਇਹ ਬਿਲਕੁਲ ਨਹੀਂ ਕਰਨਗੇ, ਕਿਉਂਕਿ ਪ੍ਰਾਈਵੇਟ ਬੈਂਕਸ ਦਾ ਇੱਕੋ ਮੋਟਿਵ ਹੁੰਦਾ ਪ੍ਰੋਫਿਟ, ਪ੍ਰੋਫਿਟ ਐਂਡ ਪ੍ਰੋਫਿਟ। ਜਿਹੜੀ ਚੀਜ਼ 'ਚ ਪ੍ਰੋਫਿਟ ਹੀ ਨਹੀਂ ਹੈਗਾ, ਸੋਸ਼ਲ ਬੈਂਕਿੰਗ ਹੈਗੀ ਆ। ਤੁਸੀਂ ਜਿੱਦਾਂ ਹੁਣ ਗੱਲ ਕੀਤੀ ਸੀ ਕਿ ਜਿਹੜੀ ਗਰੀਬ ਵਿਧਵਾਵਾਂ ਦੀ ਪੈਨਸ਼ਨ ਆ 100 200 300 ਰੁਪਈਆ, ਉਹਨਾਂ ਵਿਚਾਰਿਆਂ ਦੇ ਕਿੱਥੋਂ ਮਿਲੇਗੀ ਜਦ ਬੈਂਕ ਹੀ ਬੰਦ ਹੋ ਜਾਣਗੇ। ਅਸੀਂ ਸਮੇਂ ਮੌਜੂਦ ਆ ਸੈਕਟਰ 17 ਵਿੱਚ। ਤੁਸੀਂ ਪਿੱਛੇ ਜੋ ਇਹ ਕਾਫਲਾ ਦੇਖ ਰਹੇ ਹੋ, ਪਿੱਛੇ ਪ੍ਰੋਟੈਸਟ ਕਰਦੇ ਲੋਕ ਦੇਖ ਰਹੇ ਹੋ, ਇਹ ਸਰਕਾਰੀ ਬੈਂਕ ਦੇ ਮੁਲਾਜ਼ਮ ਨੇ। 9 ਲੱਖ ਅੱਜ 9 ਲੱਖ ਪੂਰੇ ਭਾਰਤ ਵਿੱਚ ਸਰਕਾਰੀ ਬੈਂਕ ਦੇ ਮੁਲਾਜ਼ਮ ਹੜਤਾਲ ਤੇ ਨੇ। ਵਜ੍ਹਾ ਇੱਕੋ ਹੀ ਹੈ ਕਿ ਬਿੱਲ ਇੱਕ ਆ ਰਿਹਾ ਹੈ, ਬਿੱਲ ਮੋਦੀ ਸਰਕਾਰ ਲੈ ਕੇ ਆ ਰਹੀ ਹੈ, ਜਿਸ ਵਿੱਚ ਕਿਹਾ ਗਿਆ ਜੋ ਸਰਕਾਰੀ ਬੈਂਕ ਨੇ ਉਹ ਪ੍ਰਾਈਵੇਟ ਹੋਣਗੇ। 2 ਬੈਂਕਾਂ ਦਾ ਹਵਾਲਾ ਦਿੱਤਾ ਗਿਆ, 2 ਬੈਂਕ ਪ੍ਰਾਈਵੇਟ ਕਰਨ ਜਾ ਰਹੀ ਹੈ। ਪਰਸੋਂ ਦੀ ਅਖਬਾਰ ਵਿੱਚ ਖਬਰ ਵੀ ਛਪੀ ਸੀ। ਉਸ ਦੇ ਰੋਸ ਵਜੋਂ ਇਹ ਸਰਕਾਰੀ ਮੁਲਾਜ਼ਮ ਹੜਤਾਲ ਤੇ ਨੇ, 2 ਦਿਨਾਂ ਦੀ ਹੜਤਾਲ ਤੇ ਨੇ। ਅੱਜ ਦੂਜਾ ਦਿਨ ਹੈ। 9 ਲੱਖ ਪੂਰੇ ਦੇਸ਼ ਵਿੱਚ ਭਾਰਤ ਦੇ ਜੋ ਬੈਂਕ ਸਰਕਾਰੀ ਬੈਂਕ ਦੇ ਮੁਲਾਜ਼ਮ ਨੇ ਹੜਤਾਲ ਤੇ ਨੇ। ਕੀ ਸਮੱਸਿਆਵਾਂ ਨੇ? ਕਿ ਬੈਂਕ ਵਿੱਚ ਪਿਆ ਤੁਹਾਡਾ ਪੈਸਾ ਉਹ ਸੁਰੱਖਿਅਤ ਹੈ, ਕਿ ਉਹ ਸੇਫ ਹੈ? ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਕਿ ਮੋਦੀ ਸਰਕਾਰ ਬਾਬਤ ਇਹੀ ਕਹਿੰਦੀ ਹੈ ਜੇ ਕੱਲ੍ਹ ਨੂੰ ਬੈਂਕ ਡੁੱਬ ਗਿਆ ਤੇ 5 ਲੱਖ ਤੱਕ ਛੋਟ ਦਿੱਤੀ ਜਾਂਦੀ ਹੈ ਵੀ ਤੁਹਾਨੂੰ ਪੈਸੇ ਅਸੀਂ ਵਾਪਸ ਦਾਂਗੇ। ਜੇ ਕਿਸੇ ਦਾ 50 ਲੱਖ ਪਿਆ ਉਹਨੂੰ 5 ਲੱਖ ਦੇਣਾ, 45 ਲੱਖ ਕਿੱਥੇ ਗਿਆ? ਇਹ ਸਵਾਲ ਹੈ। ਤਾਂ ਗੱਲਬਾਤ ਕਰਾਂਗੇ ਤਜਿੰਦਰ ਸਿੰਘ ਜੋ ਨੇ SBI ਦੇ ਵਿੱਚ ਲੱਗੇ ਹੋਏ ਨੇ, ਮੁਲਾਜ਼ਮ ਨੇ SBI ਦੇ ਵਿੱਚ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਜੋ ਮੋਦੀ ਸਰਕਾਰ ਕਾਨੂੰਨ ਲੈ ਕੇ ਆਉਣਾ ਚਾਹੁੰਦੀ ਹੈ, ਜੋ ਬੈਂਕ ਸਰਕਾਰੀ ਨੇ ਉਹਨਾਂ ਨੂੰ ਪ੍ਰਾਈਵੇਟ ਕਰੇਗੀ ਤੇ ਕਿਹੜੀ ਸਮੱਸਿਆਵਾਂ ਗਾਹਕ ਨੂੰ ਆਉਣਗੀਆਂ। ਸਾਡੇ ਨਾਲ ਭਾਈ ਮੌਜੂਦ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਕਿਹੜਾ ਬਿੱਲ ਹੈ ਜੋ ਮੋਦੀ ਸਰਕਾਰ ਲੈ ਕੇ ਆਉਣਾ ਚਾਹੁੰਦੀ ਹੈ ਜਿਸ ਦੇ ਤਹਿਤ ਜੋ ਸਰਕਾਰੀ ਬੈਂਕ ਨੇ ਪ੍ਰਾਈਵੇਟ ਹੋ ਜਾਣਗੇ? ਬੈਂਕਿੰਗ ਅਮੈਂਡਮੈਂਟ ਐਕਟ 2021 ਦਾ ਬਿੱਲ ਮੋਦੀ ਸਰਕਾਰ ਲੈ ਕੇ ਆਉਣਾ ਚਾਹੁੰਦੀ ਹੈ। ਇਹਨਾਂ ਨੇ ਆਪਣੇ ਸੈਸ਼ਨ ਦੇ ਏਜੰਡੇ ਦੇ ਵਿੱਚ ਪਾਇਆ ਹੈ। ਜੇ ਉਹ ਬਿੱਲ ਆ ਜਾਂਦਾ ਹੈ ਤਾਂ ਇਹ ਕਿਸੇ ਵੀ ਸਰਕਾਰੀ ਬੈਂਕ, ਹਾਲੇ 2 ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਕਰਨ ਜਾ ਰਹੇ ਨੇ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿਸੇ ਵੀ ਬਾਕੀ ਬੈਂਕਾਂ ਨੂੰ ਵੀ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਕਰ ਸਕਦੇ ਨੇ। ਕਿਹੜੇ 2 ਬੈਂਕ ਨੇ? ਇੰਡੀਅਨ ਓਵਰਸੀਜ਼ ਬੈਂਕ ਤੇ ਸੈਂਟਰਲ ਬੈਂਕ ਆਫ ਇੰਡੀਆ ਦਾ ਹਾਲੇ ਇਹਨਾਂ ਨੇ ਨਾਂ ਦਿੱਤਾ ਹੈ। ਪ੍ਰਾਈਮ ਮਿਨਿਸਟਰ ਸਾਹਿਬ ਨੇ ਪਰਸੋਂ ਦੇ ਅਖਬਾਰ ਦੇ ਵਿੱਚ
ਤੁਸੀਂ ਮਾਰਚ ਵਿੱਚ ਵੀ ਹੜਤਾਲ ਕੀਤੀ ਸੀ, ਮਾਰਚ ਤੋਂ ਬਾਅਦ ਅਜੇ ਦਸੰਬਰ ਵਿੱਚ ਕਰ ਰਹੇ ਹੋ, ਕਾਫੀ 8-9 ਮਹੀਨੇ ਦਾ ਗੈਪ ਪੈ ਗਿਆ। ਉਸ ਸਮੇਂ ਵੀ ਕਹਿ ਰਹੇ ਸੀ ਕਿ ਉਦੋਂ ਇਹ ਰੁਕ ਗਈ ਸੀ ਬਿੱਲ, ਜਾਂ ਉਦੋਂ ਕੋਈ ਇਸ 'ਤੇ ਚਰਚਾ ਹੋਈ ਸੀ? ਅਸੀਂ ਉਦੋਂ ਵੀ 2 ਦਿਨ ਦਾ ਹੜਤਾਲ ਕੀਤੀ ਸੀ। ਹੜਤਾਲ ਦੇ ਨਾਲ ਸਾਡੇ ਵਿਰੋਧ ਕਰਨ ਨਾਲ ਹਾਲੇ ਉਹ ਬੈਂਕ ਪ੍ਰਾਈਵੇਟ ਨਹੀਂ ਕੀਤੇ ਇਹਨਾਂ ਨੇ। ਇਸ ਵਾਰੀ ਦੁਬਾਰਾ ਸੈਸ਼ਨ ਦੇ ਵਿੱਚ ਇਹਨਾਂ ਨੇ ਉਹ ਦੋ ਬਿੱਲਾਂ ਵਾਸਤੇ 2 ਬੈਂਕਾਂ ਨੂੰ ਪ੍ਰਾਈਵੇਟ ਕਰਨ ਵਾਸਤੇ ਬਿੱਲ ਲਿਆ ਰਹੇ ਨੇ। ਸਾਡੀ ਫਿਰ ਪੁਰਜ਼ੋਰ ਇਹੀ ਵਿਰੋਧ ਹੈ ਕਿ ਸਰਕਾਰੀ ਬੈਂਕਾਂ ਦੇ ਵਿੱਚ ਭਾਰਤ ਦੀ ਗਰੀਬ ਜਨਤਾ ਦਾ 70% ਡਿਪੋਜ਼ਿਟ ਪਿਆ ਹੋਇਆ ਹੈ, ਜਿਹੜਾ ਕਿ ਇਹ ਕਹਿੰਦੇ ਨੇ ਕਿ ਅਸੀਂ 5 ਲੱਖ ਤੱਕ ਇੰਸ਼ੋਰਡ ਹੈ, 5 ਲੱਖ ਤੱਕ ਤੁਹਾਨੂੰ ਪੈਸਾ ਵਾਪਸ ਮਿਲ ਜਾਏਗਾ। ਜਿਨ੍ਹਾਂ ਦਾ ਬਾਕੀ ਡਿਪੋਜ਼ਿਟ ਮਨੀ ਹੈ ਉਹਦੇ ਬਾਰੇ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ, ਕੋਈ ਗਾਰੰਟੀ ਨਹੀਂ। ਉਹ ਪੈਸਾ ਕਿੱਥੇ ਜਾਏਗਾ? ਉਹ ਵੱਡੇ ਘਰਾਣਿਆਂ ਨੂੰ ਇਹ ਬੈਂਕ ਵੇਚ ਕੇ ਉਹਨਾਂ ਨੂੰ ਦੇ ਦੇਣਗੇ। ਹੁਣ ਗੱਲ ਕਰੀਏ ਕਿ ਤੁਸੀਂ ਕਹਿੰਦੇ ਹੋ ਵੀ ਪ੍ਰਾਈਵੇਟ ਹੋ ਜਾਏਗਾ, ਜਿਹੜੇ ਪ੍ਰਾਈਵੇਟ ਕਰ ਦਿੱਤਾ ਗਿਆ, ਪਹਿਲਾ ਮੁਲਾਜ਼ਮਾਂ ਦੀ ਸਵਾਲ ਹੈ, ਤੁਹਾਡੇ ਦੇ ਸਵਾਲ ਹੈ ਕਿ ਜਿਹਨਾਂ ਤਨਖਾਹਾਂ ਮਿਲਦੀਆਂ ਅੱਜ 40,000 ਜਾਂ 50,000 ਜਾਂ 30,000, ਉਹਨਾਂ ਕੋਲ ਤਨਖਾਹਾਂ ਕਿੰਨੀਆਂ ਮਿਲਣਗੀਆਂ ਜੇ ਬੈਂਕ ਪ੍ਰਾਈਵੇਟ ਹੋ ਜਾਂਦੇ ਨੇ? ਹਾਲੇ ਸਰਕਾਰ ਦਾ ਇਹ ਕਹਿਣਾ ਹੈ ਕਿ ਅਸੀਂ ਕਿਸੇ ਵੀ EMPLOYE ਨੂੰ ਨਹੀਂ ਕੱਢਾਂਗੇ, ਰਿਟਰੈਂਚਮੈਂਟ ਨਹੀਂ ਕਰਾਂਗੇ। ਇਹ ਅਸੀਂ ਆਪਣੀਆਂ ਤਨਖਾਹਾਂ ਵਧਾਉਣ ਵਾਸਤੇ ਜਾਂ ਘਟਾਉਣ ਦੀ ਗੱਲ ਨਹੀਂ ਕਰ ਰਹੇ। ਅੱਜ ਅਸੀਂ ਭਾਰਤ ਦੀ ਗਰੀਬ ਜਨਤਾ ਜਿਨ੍ਹਾਂ ਦਾ ਡਿਪੋਜ਼ਿਟ ਬੈਂਕ 'ਚ ਪਿਆ ਹੋਇਆ ਹੈ, ਅੱਜ ਅਸੀਂ ਉਹਨਾਂ ਵਾਸਤੇ ਲੜ ਰਹੇ ਹਾਂ। ਅਸੀਂ ਆਪਣੀਆਂ ਤਨਖਾਹਾਂ ਉਹਨਾਂ ਦੀ ਜਮ੍ਹਾਂ ਪੂੰਜੀ ਨੂੰ ਸੁਰੱਖਿਅਤ ਬਣਾ ਸਕੀਏ, ਬੈਂਕਾਂ ਦਾ ਵਿਸ਼ਵਾਸ ਬਣਿਆ ਰਹੇ, ਸਰਕਾਰੀ ਬੈਂਕਾਂ ਦਾ। ਅਸੀਂ ਇਸ ਵਾਸਤੇ ਲੜ ਰਹੇ ਹਾਂ। ਜੇ ਬੈਂਕ ਵਿੱਚ ਜਿਵੇਂ ਸਰਕਾਰ ਨੇ ਕਿਹਾ 5 ਲੱਖ ਰੁਪਈਆ ਇੰਸ਼ੋਰ ਕਰਦੇ ਨੇ ਵੀ 5 ਲੱਖ ਤੁਹਾਨੂੰ ਮਿਲੇਗਾ ਜੇ ਬੈਂਕ ਡੁੱਬ ਜਾਂਦਾ ਹੈ। ਪਹਿਲਾਂ ਵੀ ਬੈਂਕ ਡੁੱਬਣੇ ਤੁਹਾਨੂੰ ਯਾਦ ਹੋਣਾ, ਪਹਿਲਾਂ ਵੀ ਬੈਂਕ ਡੁੱਬੇ ਸੀ, ਲੋਕ ਕਾਪੀਆਂ ਲੈ ਕੇ ਸੜਕਾਂ ਤੇ ਆ ਗਏ ਸੀ। ਕੀ ਸਰਕਾਰ ਨੇ ਉਹਨਾਂ ਨੂੰ ਪੁੱਛਿਆ? ਜਿਹੜੇ ਪ੍ਰਾਈਵੇਟ ਬੈਂਕ ਜਦੋਂ ਡੁੱਬੇ ਨੇ, ਪੰਜਾਬ ਮਹਾਰਾਸ਼ਟਰਾ ਕੋਆਪਰੇਟਿਵ ਬੈਂਕ ਰੀਸੈਂਟਲੀ ਡੁੱਬਿਆ ਹੈ ਤੇ ਉਹਦੇ ਵਿੱਚ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ। ਉਹਦੇ ਵਿੱਚ 5 ਲੱਖ ਦੀ ਕੋਈ ਇੰਸ਼ੋਰੈਂਸ ਵਾਲੀ ਸਕੀਮ ਨਹੀਂ। ਇਹ ਜਿਹੜੀਆਂ ਇੰਸ਼ੋਰੈਂਸ ਦੀਆਂ ਸਕੀਮਾਂ ਨੇ ਇਹ ਸਿਰਫ ਤੇ ਸਿਰਫ ਸਰਕਾਰੀ ਬੈਂਕਾਂ ਦੇ ਵਿੱਚ ਨੇ। ਜਿਵੇਂ ਯੈਸ ਬੈਂਕ ਹੁਣੇ ਡੁੱਬਣ ਤੇ ਜਾ ਰਿਹਾ ਸੀ, ਉਹਨੂੰ ਸਟੇਟ ਬੈਂਕ ਆਫ ਇੰਡੀਆ ਨੇ ਸਾਰੀ ਮਦਦ ਕਰਕੇ ਸਪੋਰਟ ਦੇ ਕੇ ਉਹਨੂੰ ਖੜਾ ਕੀਤਾ ਹੈ। ਪ੍ਰਾਈਵੇਟ ਬੈਂਕਾਂ ਤੇ ਇਹ ਕਾਨੂੰਨ ਲਾਗੂ ਨਹੀਂ ਹੁੰਦਾ। ਨੀਰਵ ਮੋਦੀ ਪੈਸਾ ਲੈ ਕੇ ਬਾਅਦ, ਵਿਜੇ ਮਾਲੀਆ ਪੈਸਾ ਲੈ ਕੇ ਬਾਅਦ ਬੈਂਕਾਂ ਨੇ ਕਰਜ਼ੇ ਵੀ ਦਿੱਤੇ। ਫਿਰ ਉਹ ਕਰਜ਼ੇ ਜੇ ਬੈਂਕਾਂ ਨੇ ਦਿੱਤੇ ਨੇ ਤੇ ਆਮ ਲੋਕਾਂ, ਜੇ ਕੱਲ੍ਹ ਨੂੰ ਡੁੱਬ ਜਾਂਦਾ ਬੈਂਕ, ਕਿਸੇ ਨੂੰ ਕਰਜ਼ਾ ਦੇਤਾ, ਫਿਰ ਆਮ ਲੋਕਾਂ ਦੀ ਜੇਬ 'ਚ ਡਾਕਾ ਕਿਉਂ? ਇਹ ਜਿਹੜੇ ਬਿਗ ਕਾਰਪੋਰੇਟਸ ਨੂੰ, ਨੀਰਵ ਮੋਦੀ ਨੂੰ ਜਾਂ ਵਿਜੇ ਮਾਲਿਆ ਨੂੰ ਲੋਨ ਦਿੱਤੇ ਨੇ, ਇਹ ਕੋਈ ਆਮ ਸਕੇਲ 1 2 3 ਅਫਸਰਸ ਨੇ ਨਹੀਂ ਦਿੱਤੇ ਹੋਏ। ਇਹ ਗਵਰਨਮੈਂਟ ਦੇ ਡਿਸੀਜਨ ਨੇ। ਇਹ ਕਮੇਟੀਆਂ ਨੇ ਜਿਨ੍ਹਾਂ ਦੇ ਹੈੱਡ ਚੇਅਰਮੈਨ ਬੈਂਕਾਂ ਦੇ ਨੇ, ਉਹਨਾਂ ਨੇ ਦਿੱਤਾ ਹੋਇਆ। ਤੇ ਇਹ ਗਵਰਨਮੈਂਟ ਦੀਆਂ ਗਲਤ ਕਾਨੂੰਨ ਦੀਆਂ ਨੀਤੀਆਂ ਕਾਰਨ ਹੀ ਇਹ ਬੰਦੇ ਦੌੜੇ ਨੇ। ਮੈਂ ਤਾਂ ਇਹ ਕਹਾਂਗਾ ਕਿ ਗਵਰਨਮੈਂਟ ਨੇ ਆਪ ਹੀ ਇਹਨਾਂ ਨੂੰ ਦੌੜਾਇਆ। ਹੁਣ ਤੁਸੀਂ ਕਹਿੰਦੇ 5 ਲੱਖ ਦੀ ਸਿਓਰਟੀ ਹੈ, ਜੇ ਕੱਲ੍ਹ ਨੂੰ ਕਿਸੇ ਸ਼ਖਸ ਦਾ 20 ਲੱਖ 50 ਲੱਖ 10 ਲੱਖ 8 ਲੱਖ ਅਕਾਊਂਟ 'ਚ ਹੈਗਾ, ਜੋ ਕੱਲ੍ਹ ਨੂੰ ਬੈਂਕ ਦਿਵਾਲੀਆ ਹੋ ਜਾਂਦਾ ਜਾਂ ਕੋਈ ਸ਼ਖਸ ਬਾਹਰ ਭੱਜ ਜਾਂਦਾ, 5 ਲੱਖ ਮਿਲ ਜੂਗਾ। ਜਦ 5 ਲੱਖ ਤੋਂ ਉੱਪਰ ਪੈਸਾ ਹੈਗਾ, ਉਹ ਸਾਰਾ ਭਾਰਤ ਸਰਕਾਰ ਕੋਲ ਜਾਊਗਾ ਕਿ ਮਿੱਟੀ ਹੋ ਗਿਆ ਪੈਸਾ? ਉਹ ਪੈਸਾ ਇਹ ਬਿਗ ਕਾਰਪੋਰੇਟ ਕੋਲ ਜਾਏਗਾ, ਭਾਰਤ ਸਰਕਾਰ ਕੋਲ ਕਿੱਥੇ ਜਾਏਗਾ? ਉਹ ਤਾਂ ਜਿੰਨੇ ਬੈਂਕ ਖਰੀਦ ਲਿਆ ਉਹਦੇ ਕੋਲ ਹੀ ਪੈਸਾ ਰਹਿ ਜਾਏਗਾ। ਤੁਸੀਂ ਆਪ ਸਮਝਦਾਰ ਹੋ। ਇਹ ਮੈਂ ਤੁਹਾਡੇ ਮੀਡੀਆ ਰਾਹੀਂ ਆਮ ਪਬਲਿਕ ਨੂੰ ਦੱਸਣਾ ਚਾਹੁੰਦਾ ਕਿ ਪੈਸਾ ਸਾਰਾ ਬਿਗ ਕਾਰਪੋਰੇਟ ਹੀ ਖਾ ਜਾਣਗੇ ਜੋ ਸਰਕਾਰ ਨੂੰ ਸਪੋਰਟ ਕਰਦੇ ਨੇ। ਫਿਰ ਤਾਂ ਕੱਲ੍ਹ ਨੂੰ ਕਿੰਨੇ ਸਰਕਾਰੀ ਬੈਂਕ ਨੇ, ਕੱਲ੍ਹ ਨੂੰ ਕਿਸੇ ਦੀ ਬੋਲੀ ਲੱਗ ਜਾਏਗੀ ਵੀ ਸਾਨੂੰ ਬੈਂਕ ਦੇ ਦਿਓ, ਅਸੀਂ ਚਲਾਉਣਾ, ਤੇ ਪੈਸਾ ਮਿੱਟੀ। ਅੱਜ ਉਸੇ ਵਾਸਤੇ ਹੀ ਅਸੀਂ ਠੰਡ ਦੇ ਵਿੱਚ ਇੱਥੇ ਸੜਕਾਂ ਤੇ ਆਏ ਆ। ਸਾਨੂੰ ਕੋਈ ਸੜਕਾਂ ਤੇ ਆਉਣ ਦਾ, ਠੰਡ ਦੇ ਵਿੱਚ ਬਾਹਰ ਘੁੰਮਣ ਦਾ ਸ਼ੌਂਕ ਨਹੀਂ ਹੈਗਾ। ਇਹ ਅਸੀਂ ਲੋਕਾਂ ਨੂੰ ਤੰਗ ਕਰਨ ਦਾ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ। ਹੁਣ ਗੱਲ ਕਰੀਏ ਜਿਹੜੇ ਲੋਕ ਪੈਸਾ ਰੱਖਦੇ ਨੇ, ਇੱਕ ਲੋਕਾਂ ਦਾ ਸਰਕਾਰੀ ਬੈਂਕ ਵਿੱਚ ਭਰੋਸਾ ਹੁੰਦਾ ਵੀ ਬੈਂਕ ਕਿਤੇ ਜਾਊਗਾ ਨਹੀਂ, ਵੀ ਇੱਥੇ ਹੀ ਬੈਂਕ ਹੈਗਾ, ਇੱਥੇ ਬ੍ਰਾਂਚ ਨਹੀਂ ਤਾਂ ਅਗਲੇ ਪਿੰਡ ਹੋਏਗੀ ਜਾਂ ਅਗਲੇ ਸ਼ਹਿਰ ਵਿੱਚ ਬ੍ਰਾਂਚ ਹੋਏਗੀ। ਇੱਕ ਭਰੋਸਾ ਹੁੰਦਾ ਲੋਕਾਂ ਦੀਆਂ ਤਨਖਾਹਾਂ, ਪੈਨਸ਼ਨ, ਹੋਰ ਵੀ ਚੀਜ਼ਾਂ ਜੋ ਸਰਕਾਰੀ ਬੈਂਕ 'ਚ ਆਉਂਦੀਆਂ ਨੇ, ਕਿ ਉਹ ਪ੍ਰਾਈਵੇਟ ਬੈਂਕ ਕਰੂਗਾ ਕਿ ਉਹੀ ਤਨਖਾਹਾਂ ਹੋ ਗਈਆਂ, ਉਹੀ ਜਿਹੜੇ ਆਪਾਂ ਦੇਖਦੇ ਹਾਂ ਕਿ ਵਿਧਵਾ ਨੂੰ ਪੈਨਸ਼ਨਾਂ ਹੋ ਗਈਆਂ, ਹੋਰ ਵੀ ਪੈਨਸ਼ਨਾਂ ਆਉਂਦੀਆਂ ਨੇ, ਕਿ ਪ੍ਰਾਈਵੇਟ ਬੈਂਕ ਵੀ ਚੀਜ਼ਾਂ ਕਰਨਗੇ। ਫਿਰ ਇਹ ਜਿਹੜੀਆਂ ਗਵਰਨਮੈਂਟ ਦੀਆਂ ਜਿੰਨੀਆਂ ਵੀ ਸੋਸ਼ਲ ਸਕੀਮਾਂ ਨੇ ਉਹ ਸਾਰੇ ਦੇ ਸਾਰੇ ਸਰਕਾਰੀ ਬੈਂਕ ਕਰ ਰਹੇ ਨੇ। ਪਿੰਡਾਂ ਦੇ ਵਿੱਚ ਸਾਡੀਆਂ ਬ੍ਰਾਂਚਾਂ ਉੱਥੇ ਵੀ ਖੁੱਲੀਆਂ ਨੇ ਜਿਹੜੀਆਂ ਲਾਸ ਮੇਕਿੰਗ ਨੇ, ਜਿਨ੍ਹਾਂ ਦੇ ਵਿੱਚ ਅਸੀਂ ਕੁਝ ਕਮਾਉਂਦੇ ਨਹੀਂ। ਪਰ ਪ੍ਰਾਈਵੇਟ ਬੈਂਕ ਇਹ ਨਹੀਂ ਕਰੇਗਾ। ਪ੍ਰਾਈਵੇਟ ਬੈਂਕ ਤਾਂ ਸਿਰਫ ਜਿੱਥੋਂ ਉਹਨੂੰ ਪ੍ਰੋਫਿਟ ਮਿਲੇਗਾ, ਉਹ ਸਰਕਾਰੀ ਸਕੀਮਾਂ ਕੋਈ ਵੀ ਨਹੀਂ ਚਲਾਉਂਦੇ। ਇਹ ਸਾਰੇ ਦਾ ਸਾਰਾ ਕੰਮ ਸਰਕਾਰੀ ਬੈਂਕ ਹੀ ਕਰਦੇ ਨੇ। ਤੁਸੀਂ ਕਿਹਾ ਵੀ ਤੁਹਾਡੇ ਕਈ ਇਹੋ ਜਿਹੇ ਅਦਾਰੇ ਹੈਗੇ ਨੇ ਜਾਂ ਬੈਂਕ ਹੈਗੇ ਨੇ ਜਿਨ੍ਹਾਂ ਨੂੰ ਉੱਥੇ ਕੋਈ ਪ੍ਰੋਫਿਟ ਨਹੀਂ ਹੈਗਾ, ਫਿਰ ਪ੍ਰਾਈਵੇਟ ਬੈਂਕ ਕਿਉਂ ਜਾਊਗਾ ਜਿੱਥੇ ਪ੍ਰੋਫਿਟ ਨਹੀਂ ਹੈਗਾ?
ਪਿੰਡਾਂ ਵਿੱਚ ਇਹ ਪਿੰਡਾਂ ਤੋਂ ਬੜੀ ਦੂਰ ਜਾਣਾ ਪੈਣਾ ਬੈਂਕ ਲੱਭਣ ਵਾਸਤੇ ਵੀ ਬੈਂਕ ਕਿੱਥੇ ਹੈਗਾ। ਇਕੱਲੇ ਪਿੰਡਾਂ ਦੀ ਹੀ ਗੱਲ ਨਹੀਂ, ਜੇ ਤੁਸੀਂ ਦੇਖੋ ਤਾਂ ਦਰਾਸ, ਕਾਰਗਿਲ, ਸ਼ੱਕਰ ਸ਼ਰਗੋਲ, ਹਿਮਾਚਲ ਦੇ ਕਈ ਇਹੋ ਜਿਹੇ ਏਰੀਏ ਨੇ ਜਿੱਥੇ ਆਮ ਜਨਤਾ ਵੀ ਨਹੀਂ ਜਾ ਸਕਦੀ, ਤੇ ਉੱਥੇ ਬੈਂਕ, ਪ੍ਰਾਈਵੇਟ ਬੈਂਕ ਜਾ ਕੇ ਕਿਵੇਂ ਸਹੂਲਤ ਦੇਣਗੇ ਉਹਨਾਂ ਨੂੰ, ਜਿੱਥੇ ਸਾਡੇ ਸੁਰੱਖਿਆ ਵਾਸਤੇ ਫੌਜੀ ਵੀਰ ਜਵਾਨ ਲੜਦੇ ਪਏ ਨੇ। ਜੇ ਕਿਸਾਨ ਦੀ ਗੱਲ ਕਰੀਏ, ਹੁਣ ਕਿਸਾਨ ਦਾ ਤਾਂ ਬੈਂਕ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ, ਕੋਈ ਚੀਜ਼ ਕਢਾ ਲਈ ਆੜਤੀਆਂ ਲੈ ਕੇ ਚੱਲਦਾ ਰਹਿੰਦਾ, ਉਹਨਾਂ ਦਾ ਸਿਸਟਮ ਉਧਾਰ ਨੂੰ ਵੀ ਲੈ ਕੇ ਚੱਲਦਾ। ਫਿਰ ਕਿਸਾਨ ਕੀ ਕਰੂਗਾ ਜੇ ਪਿੰਡ ਵਿੱਚ ਬੈਂਕ ਹੀ ਨਹੀਂ ਹੋਊਗਾ? ਆੜਤੀਆ ਚਲੋ ਚੈੱਕ ਕੱਟ ਕੇ ਦੇ ਦਿੰਦਾ, ਕਿਸਾਨ ਕਿੰਨੇ ਦੂਰ ਜਾਊਗਾ ਵੀ ਮੈਂ ਪੈਸੇ ਲੈਣ ਜਾਣੇ ਸ਼ਹਿਰਾਂ ਜਾਊਗਾ ਜੇ ਉੱਥੇ ਬੈਂਕ ਹੀ ਨਾ ਹੋਣਗੇ। ਮੈਂ ਤੁਹਾਨੂੰ ਪਹਿਲਾਂ ਵੀ ਇਹ ਅਰਜ਼ ਕੀਤੀ ਹੈ ਕਿ ਅਸੀਂ ਇਹ ਆਪਣੇ ਵਾਸਤੇ ਲੜਾਈ ਨਹੀਂ ਲੜ ਰਹੇ, ਅਸੀਂ ਇਹ ਭਾਰਤ ਦੀ ਗਰੀਬ ਜਨਤਾ ਵਾਸਤੇ ਲੜਾਈ ਲੜ ਰਹੇ ਹਾਂ, ਤਾਂ ਕਿ ਆਉਣ ਵਾਲੀ ਜਿਹੜੀ ਵੀ ਜਨਰੇਸ਼ਨ ਹੈ, ਜੇ ਅੱਜ ਅਸੀਂ ਨਹੀਂ ਲੜਾਂਗੇ ਤੇ ਉਹ ਸਾਨੂੰ ਗਾਲਾਂ ਕੱਢੇਗੀ, ਉਹ ਸਾਡੇ ਤੇ ਰੋਸ ਪ੍ਰਗਟ ਕਰੇਗੀ। ਅੱਛਾ, ਯਕੀਨ ਹੈ ਤੁਹਾਨੂੰ ਮੋਦੀ ਸਰਕਾਰ ਤੇ ਵੀ ਜੇ ਬਿੱਲ ਲੈ ਕੇ ਆਊਗੀ, ਜਿਵੇਂ ਕਹਿੰਦੇ 5 ਲੱਖ ਅਸੀਂ ਇੰਸ਼ੋਰ ਹੈਗੇ ਆ ਜਾਂ ਛੋਟੀ ਦਿੰਦੇ ਅਸੀਂ, ਫਿਰ ਲੱਗਦਾ ਭਰੋਸਾ ਨਹੀਂਗਾ। ਕੱਲ ਨੂੰ ਜੇ ਪ੍ਰਾਈਵੇਟ ਬੈਂਕ ਹੋ ਜਾਂਦੇ ਨੇ, ਦੀਵਾਲੀਆ ਨਿਕਲ ਗਿਆ, ਦੀਵਾਲੀਆ ਕਰ ਦਿੱਤਾ ਗਿਆ ਤਾਂ ਪੈਸਾ ਸਾਰਾ ਬਾਹਰ ਗਿਆ। ਸਾਨੂੰ ਤਾਂ ਆਪਣੀਆਂ ਐਸੋਸੀਏਸ਼ਨਸ ਤੇ ਲੀਡਰਸ਼ਿਪ ਤੇ ਯਕੀਨ ਹੈ, ਸਾਨੂੰ ਇਹਨਾਂ ਲੋਕਾਂ ਤੇ ਪੋਲੀਟੀਸ਼ੀਅਨਸ ਤੇ ਯਕੀਨ ਨਹੀਂ ਹੈਗਾ ਕੀ ਕਰਨਗੇ ਕੀ ਨਹੀਂ ਕਰਨਗੇ, ਪਰ ਅਸੀਂ ਇਹ ਬੈਂਕ ਬਚਾ ਕੇ ਰਵਾਂਗੇ। ਤੁਹਾਡੇ ਭਾਈ ਕੀ ਕਹਿਣਾ, ਜਿਵੇਂ ਭਾਈ ਨੇ ਸਾਰੀ ਗੱਲਬਾਤ ਦੱਸੀ, ਕਹਿੰਦੇ ਨੇ ਕਿ ਬੈਂਕ ਜਿਹੜੇ ਹੈਗੇ ਨੇ ਜੇ ਪ੍ਰਾਈਵੇਟ ਹੋ ਜਾਂਦੇ ਨੇ, ਇੱਕ ਤਾਂ ਲੋਕ ਨੇ ਜਾਂ ਜਿੰਨੀ ਵੀ ਸਹੂਲਤਾਂ ਸਰਕਾਰੀ ਹੈਗੀਆਂ ਨੇ ਉਹ ਵਿੱਚੋਂ ਨਿਕਲ ਜਾਣਗੇ, ਕਿ ਪ੍ਰਾਈਵੇਟ ਬੈਂਕ ਕਰਨਾ ਪਾਣਗੇ? ਨਹੀਂ ਜੀ, ਪ੍ਰਾਈਵੇਟ ਬੈਂਕ ਇਹ ਬਿਲਕੁਲ ਨਹੀਂ ਕਰਨਗੇ, ਕਿਉਂਕਿ ਪ੍ਰਾਈਵੇਟ ਬੈਂਕਸ ਦਾ ਇੱਕੋ ਮੋਟਿਵ ਹੁੰਦਾ ਪ੍ਰੋਫਿਟ, ਪ੍ਰੋਫਿਟ ਐਂਡ ਪ੍ਰੋਫਿਟ। ਜਿਹੜੀ ਚੀਜ਼ 'ਚ ਪ੍ਰੋਫਿਟ ਹੀ ਨਹੀਂ ਹੈਗਾ, ਸੋਸ਼ਲ ਬੈਂਕਿੰਗ ਹੈਗੀ ਆ। ਤੁਸੀਂ ਜਿੱਦਾਂ ਹੁਣ ਗੱਲ ਕੀਤੀ ਸੀ ਕਿ ਜਿਹੜੀ ਗਰੀਬ ਵਿਧਵਾਵਾਂ ਦੀ ਪੈਨਸ਼ਨ ਆ 100, 200, 300 ਰੁਪਈਆ, ਉਹਨਾਂ ਵਿਚਾਰਿਆਂ ਦੇ ਕਿੱਥੋਂ ਮਿਲੇਗੀ ਜਦ ਬੈਂਕ ਹੀ ਬੰਦ ਹੋ ਜਾਣਗੇ? ਕਿਉਂਕਿ ਪ੍ਰਾਈਵੇਟ ਨੇ ਸਿਰਫ ਇੱਕੋ ਗੱਲ ਕਰਨੀ, ਜਿਹੜੇ ਪ੍ਰੋਫਿਟ ਮੇਕਿੰਗ ਬ੍ਰਾਂਚਿਸ ਉਹੀ ਰੱਖਣਗੇ, ਬਾਕੀ ਸਾਰੀਆਂ ਉਹਨਾਂ ਨੇ ਬੰਦ ਕਰ ਦੇਣੀਆਂ। ਨੰਬਰ 2, ਜਿਹੜੀਆਂ ਗਰੀਬਾਂ ਲਈ ਸਕੀਮਾਂ ਹੈਗੀਆਂ, ਮਨਰੇਗਾ ਹੋਈ ਤੇ ਹੋਰ ਜਿਹੜੇ ਛੋਟੇ ਛੋਟੇ ਲੋਨ ਦਿੰਦੇ ਆ ਅਸੀਂ ਪਿੰਡਾਂ 'ਚ ਜਾ ਕੇ, ਉਹ ਵਿਚਾਰੇ ਕਿੱਥੇ ਲੈਣਗੇ? ਸ਼ਹਿਰਾਂ 'ਚ ਆਉਣਾ ਪਏਗਾ, ਉਨਾ ਹੀ ਉਹਨਾਂ ਦਾ ਖਰਚਾ ਵੱਧ ਜਾਏਗਾ। ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਸ਼ਹਿਰਾਂ 'ਚ ਜਾਣਾ ਵੀ ਕੋਈ ਸੌਖੀ ਗੱਲ ਨਹੀਂ ਹੈ। ਇੱਕ ਘਰ ਦੇ ਕੋਲ ਬੈਂਕ ਆ ਤੇ ਬੰਦਾ ਉਹਨੂੰ ਪ੍ਰੈਫਰ ਕਰਦਾ, ਜੇ ਨਹੀਂ ਹੋਏਗਾ ਤਾਂ ਵਿਚਾਰਿਆਂ ਨੂੰ ਜੋ ਬੈਂਕਿੰਗ ਦੀਆਂ ਸਹੂਲਤਾਂ ਉਹ ਸਾਰੀਆਂ ਬੰਦ ਹੋ ਜਾਣਗੀਆਂ। ਤੁਹਾਨੂੰ ਲੱਗਦਾ ਵੀ ਪੈਸਾ ਸੇਫ ਹੈ ਜੇ ਪ੍ਰਾਈਵੇਟ ਬੈਂਕ ਹੋ ਜਾਂਦੇ ਨੇ, ਸਰਕਾਰੀ ਬੈਂਕ ਪੈਸਾ ਸੇਫ ਰਹੂਗਾ, ਕੋਈ ਭੱਜੂਗਾ ਤਾਂ ਨਹੀਂ ਇੱਥੋਂ ਦੀ? ਤੁਸੀਂ ਦੇਖੋ ਜੀ, ਅੱਜ ਤੱਕ ਜਿੰਨੇ ਵੀ ਦੀਵਾਲੀਆ ਹੋਏ ਆ ਬੈਂਕ, ਉਹਨਾਂ 'ਚ ਪਬਲਿਕ ਸੈਕਟਰ ਦਾ ਕੋਈ ਬੈਂਕ ਨਹੀਂ ਹੈਗਾ। ਜਿੰਨੇ ਵੀ ਦੀਵਾਲੀਆ ਹੋਏ ਪ੍ਰਾਈਵੇਟ ਸੈਕਟਰ ਬੈਂਕ ਹੋਏ ਆ। ਈਵਨ ਤੁਸੀਂ ਦੇਖੋ ਆਪਣੇ ਇੰਡੀਆ 'ਚ ਪਬਲਿਕ ਸੈਕਟਰ ਬੈਂਕ ਸੀ ਤਾਂ 2008 'ਚ ਜਿਹੜਾ ਵਰਲਡ ਵਾਈਡ ਦਾ ਮੰਦਾ ਆਇਆ ਸੀ, ਉਹ 'ਚ ਕਿੰਨੇ ਬੈਂਕਾਂ ਦੇ ਤਬਾਹ ਹੋਏ ਆ ਇੰਟਰਨੈਸ਼ਨਲ ਲੈਵਲ ਤੇ। ਪਰ ਇੰਡੀਆ ਦੀ ਜੇ ਇਕਨੋਮੀ ਬਚੀ ਰਹੀ ਸਿਰਫ ਇਸ ਕਰਕੇ ਕਿ ਇੱਥੇ ਪਬਲਿਕ ਸੈਕਟਰ ਬੈਂਕ ਸੀਗੇ। ਭਰੋਸਾ ਹੈਗਾ ਜੇ ਕੱਲ੍ਹ ਨੂੰ ਪ੍ਰਾਈਵੇਟ ਬੈਂਕ ਹੋ ਗਈ, ਕੋਈ ਭੱਜੂਗਾ ਜਾਂ ਇੱਥੇ ਹੀ ਰਹੂਗਾ? ਪਹਿਲਾਂ 2 ਭੱਜ ਚੁੱਕੇ ਨੇ, ਵਿਜੇ ਮਾਲੀਆ ਤੇ ਨਵੇਂ ਮੋਦੀ। ਫਿਰ ਲੋਕਾਂ ਦਾ ਪੈਸਾ ਡੁੱਬੇਗਾ ਜੀ, ਸਿੱਧੀ ਹੈ। ਉਹਨਾਂ ਕਰਕੇ ਹੀ ਅਸੀਂ ਇਹ ਅੱਜ ਜਿਹੜੀ ਲੜਾਈ ਹੈ ਉਹਨਾਂ ਕਰਕੇ ਹੀ ਲੜ ਰਹੇ ਹਾਂ ਕਿ ਜਿਹੜੇ ਉਹ ਬੰਦੇ ਇਲਿਟਰੇਟ ਨੇ, ਉਹਨਾਂ ਨੂੰ ਇੰਨੀ ਸਮਝ ਕਈਆਂ ਨੂੰ ਨਹੀਂ ਹੈਗੀ, ਤੇ ਜੇ ਅਸੀਂ ਪੜ੍ਹੇ ਲਿਖਿਆ ਵਰਗ ਹੈਗਾ ਤਾਂ ਸਾਡਾ ਫਰਜ਼ ਹੈ ਕਿ ਉਹਨਾਂ ਤੱਕ ਜਾਈਏ, ਉਹਨਾਂ ਨੂੰ ਜਾਗਰੂਕ ਕਰੀਏ ਤੇ ਜੋ ਸਰਕਾਰ ਦੀਆਂ ਗਲਤ ਨੀਤੀਆਂ ਉਹਨਾਂ ਤੋਂ ਅਸੀਂ ਬਚਾਈਏ। ਕਿੰਨੇ ਅੱਜ ਤੁਸੀਂ ਕਰਮਚਾਰੀ ਜੋ ਹੜਤਾਲ ਤੇ ਹੈਗੇ ਪੂਰੇ ਇੰਡੀਆ 'ਚ? ਸਾਡੇ 10 ਲੱਖ ਦੇ ਕਰੀਬ ਕਰਮਚਾਰੀ ਹੈ ਜਿਹੜੇ ਅੱਜ ਆਲ ਓਵਰ ਇੰਡੀਆ ਸਟ੍ਰਾਈਕ ਤੇ ਨੇ। ਕਿੰਨੇ ਦਿਨਾਂ ਦੀ ਹੜਤਾਲ ਹੈ? ਇਹ 16 ਸਤੰਬਰ ਨੂੰ ਸਟਾਰਟ ਹੋਈ ਸੀ, ਕੱਲ੍ਹ ਤੋਂ 16 ਤੇ 17 2 ਦਿਨ ਦੀ ਹੜਤਾਲ ਹੈ ਸਰ। ਕਿ ਹੜਤਾਲ ਕਰਨ ਫਿਰ ਤੁਹਾਡੀ ਤਨਖਾਹ 'ਚ ਪੈਸੇ ਕੱਟੇ ਜਾਂਦੇ ਨੇ? ਜਦੋਂ ਵੀ ਹੜਤਾਲ ਹੁੰਦੀ ਹੈ ਸਾਡੀ ਉਸ ਨਾਲ ਹੀ ਸੈਲਰੀ ਕੱਟ ਹੁੰਦੀ ਹੈ। ਇਸ ਲਈ ਅਸੀਂ ਕਹਿੰਦੇ ਆ ਸ਼ੌਕ ਨਹੀਂ ਮਜਬੂਰੀ ਹੈ, ਜੇ ਹੜਤਾਲ ਜ਼ਰੂਰੀ ਹੈ, ਕਿਉਂਕਿ 2 ਦਿਨ ਦੀ ਸੈਲਰੀ ਕੱਟ ਹੋਣਾ ਇੱਕ EMPLOYE ਲਈ ਕੀ ਅਹਿਮੀਅਤ ਰੱਖਦਾ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ। ਤੁਸੀਂ ਉਹ ਨਜ਼ਾਰਾ ਦੇਖਦੇ ਹੋ, ਇਹ ਪ੍ਰਾਈਵੇਟ ਬੈਂਕ ਜੋ ਹੋਣ ਜਾ ਰਹੇ ਨੇ, 2 ਪ੍ਰਾਈਵੇਟ ਬੈਂਕ ਹੋਣ ਜਾ ਰਹੇ ਨੇ, ਉਸ ਦੇ ਖਿਲਾਫ ਇਹ ਪ੍ਰੋਟੈਸਟ ਹੈ। ਜੋ ਸਰਕਾਰੀ ਬੈਂਕ ਨੇ ਉਸ ਨੂੰ ਪ੍ਰਾਈਵੇਟ ਕਰਨ ਵਾਸਤੇ ਇੱਕ ਬਿੱਲ ਵੀ ਆਉਣ ਦੀ ਉਮੀਦ ਹੈ, ਬਿੱਲ ਵੀ ਇਹਨਾਂ ਨੇ ਉੱਤੇ ਤਖਤੀਆਂ ਫੜੀਆਂ ਹੋਈਆਂ ਨੇ, ਲਿਖਿਆ ਹੈ ਜੋ ਬੈਂਕ ਪ੍ਰਾਈਵੇਟ ਕਰਨ ਜਾ ਰਹੇ ਹੋ ਬਿੱਲ ਨਾ ਆਵੇ, ਉਸ ਨੂੰ ਲੈ ਕੇ ਪ੍ਰੋਟੈਸਟ ਕੀਤਾ ਗਿਆ। ਇਸੇ ਸਾਲ ਮਾਰਚ ਵਿੱਚ ਪ੍ਰੋਟੈਸਟ ਕੀਤਾ ਗਿਆ ਸੀ ਕਿ ਪ੍ਰਾਈਵੇਟ ਬੈਂਕ ਨਾ ਹੋਣ। ਉਸ ਤੋਂ ਬਾਅਦ ਸਰਕਾਰ ਨੇ ਉਹ ਪਲਾਨ ਟਾਲਤਾ ਸੀ, ਨਹੀਂ ਕੀਤੇ ਸੀ, ਪਰ ਦੁਬਾਰਾ ਫਿਰ ਪਰਸੋਂ ਦੀ ਅਖਬਾਰ ਵਿੱਚ ਆਇਆ 2 ਬੈਂਕਾਂ ਨੂੰ ਲੈ ਕੇ ਪ੍ਰਾਈਵੇਟ ਕਰਨ ਜਾ ਰਹੇ ਨੇ। ਫਿਰ ਜੋ ਮੁਲਾਜ਼ਮ ਨੇ ਲਗਭਗ 9-10 ਲੱਖ ਮੁਲਾਜ਼ਮ ਜੋ ਸਰਕਾਰ ਦਾ ਸਰਕਾਰੀ ਬੈਂਕ ਦਾ ਮੁਲਾਜ਼ਮ ਹੈ, ਉਹ ਸੜਕਾਂ ਦੇ ਉੱਤੇ। ਤਸਵੀਰ ਤੁਸੀਂ ਦੇਖਦੇ ਹੋ, ਇਹ ਤਸਵੀਰ 17 ਸੈਕਟਰ ਪਲਾਜ਼ਾ ਦੀ ਹੈ, ਜਿੱਥੇ ਬੈਂਕ ਸਰਕਾਰੀ ਬੈਂਕ ਵਾਲੇ ਸੜਕਾਂ ਤੇ ਆ ਗਏ ਨੇ। ਮੋਦੀ ਖਿਲਾਫ ਇੱਕ ਰੋਸ ਦਿਖਾ ਰਹੇ ਨੇ, ਜੋ ਬਿੱਲ ਲੈ ਕੇ ਆਏ ਨੇ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਕਰੋ।